ਹੈਲੋ ਸਟੂਡੈਂਟਸ, ਹਿਸਟਰੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਸਾਡਾ ਕੁਐਸਚਨ ਚੱਲ ਰਿਹਾ ਸੀ ਮੋਸਟ ਇੰਪੋਰਟੈਂਟ ਕੁਐਸਚਨ, ਭਾਰਤੀ ਇਤਿਹਾਸ ਦੇ ਸੋਮਿਆਂ ਦਾ ਵਰਣਨ ਕਰੋ। ਇਸ ਪ੍ਰਸ਼ਨ ਦੇ ਉੱਤਰ ਨੂੰ ਅਸੀਂ 4 ਭਾਗਾਂ ਵਿੱਚ ਵੰਡਿਆ ਸੀ। ਪਹਿਲਾ ਸੀ ਧਾਰਮਿਕ ਸਾਹਿਤ, ਦੂਜਾ ਸੀ ਲੌਕਿਕ ਸਾਹਿਤ, ਤੀਜਾ ਸੀ ਯਾਤਰਾ ਬਿਰਤਾਂਤ ਅਤੇ ਚੌਥਾ ਸੀ ਪੁਰਾਤਾਤਵਿਕ ਸੋਮੇ। ਪਹਿਲੇ ਚੈਪਟਰ ਦੀ ਚਰਚਾ ਅਸੀਂ ਕਰ ਚੁੱਕੇ ਹਾਂ, ਜਿਹਦੇ ਵਿੱਚ ਅਸੀਂ ਹਿੰਦੂ ਸਾਹਿਤ, ਜੈਨ ਅਤੇ ਬੌਧ ਸਾਹਿਤ ਦੀ ਚਰਚਾ ਕਰ ਲਈ ਹੈ। ਅੱਜ ਅਸੀਂ ਨੰਬਰ 2 ਪੁਆਇੰਟ ਸ਼ੁਰੂ ਕਰਾਂਗੇ, ਲੌਕਿਕ ਸਾਹਿਤ। ਸ਼ੁਰੂ ਕਰਦੇ ਹਾਂ। ਲੌਕਿਕ ਸਾਹਿਤ ਦਾ ਅਰਥ ਧਰਮ ਨਿਰਪੇਖ ਸਾਹਿਤ ਜਾਂ ਸੈਕੂਲਰ ਲਿਟਰੇਚਰ ਤੋਂ ਹੈ। ਇਸ ਵਿੱਚ ਵਿਆਕਰਣ, ਨਾਟਕ, ਕਾਵਿ, ਇਤਿਹਾਸਿਕ, ਰਾਜਨੀਤਿਕ ਅਤੇ ਹੋਰ ਦੂਜੇ ਗ੍ਰੰਥ ਸ਼ਾਮਿਲ ਹਨ। ਇਹਨਾਂ ਪ੍ਰਮੁੱਖ ਗ੍ਰੰਥਾਂ ਦਾ ਪ੍ਰਾਚੀਨ ਭਾਰਤੀ ਇਤਿਹਾਸ ਦੇ ਨਿਰਮਾਣ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ। ਇਹਨਾਂ ਗ੍ਰੰਥਾਂ ਵਿੱਚ ਮੁੱਖ ਰੂਪ ਤੋਂ ਅਸੀਂ ਪਹਿਲੇ ਨੰਬਰ 'ਤੇ ਅਸ਼ਟਾਧਿਆਈ ਅਤੇ ਮਹਾਭਾਸ਼ ਨੂੰ ਸ਼ਾਮਿਲ ਕਰਦੇ ਹਾਂ। ਅਸ਼ਟਾਧਿਆਈ ਦਾ ਲੇਖਕ ਪਾਣਿਨੀ ਅਤੇ ਮਹਾਭਾਸ਼ ਦਾ ਲੇਖਕ ਪਤੰਜਲੀ ਸੀ। ਇਹ ਦੋਵੇਂ ਗ੍ਰੰਥ ਪ੍ਰਾਚੀਨ ਭਾਰਤ ਦੇ ਪ੍ਰਸਿੱਧ ਵਿਆਕਰਣ ਦੇ ਗ੍ਰੰਥ ਹਨ। ਇਹਨਾਂ ਗ੍ਰੰਥਾਂ ਤੋਂ ਸਾਨੂੰ ਉਸ ਸਮੇਂ ਦੀ ਆਰਥਿਕ, ਸਮਾਜਿਕ ਅਤੇ ਧਾਰਮਿਕ ਦਸ਼ਾ ਦੇ ਸੰਬੰਧ ਵਿੱਚ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਅਗਲਾ ਗ੍ਰੰਥ ਹੈ ਅਰਥ ਸ਼ਾਸਤਰ। ਇਹ ਬਹੁਤ ਇੰਪੋਰਟੈਂਟ ਹੈ, ਛੋਟਾ ਕੁਐਸਚਨ ਅਕਸਰ ਪੁੱਛਿਆ ਜਾਂਦਾ ਹੈ। ਅਰਥ ਸ਼ਾਸਤਰ ਦਾ ਲੇਖਕ ਕੌਟਿਲਿਆ ਸੀ। ਉਹ ਚੰਦਰਗੁਪਤ ਮੌਰਯ ਦਾ ਗੁਰੂ ਅਤੇ ਪ੍ਰਧਾਨ ਮੰਤਰੀ ਸੀ। ਉਹ ਆਪਣੇ ਸਮੇਂ ਦਾ ਇੱਕ ਮਹਾਨ ਵਿਦਵਾਨ ਸੀ। ਉਸ ਦੇ ਦੁਆਰਾ ਲਿਖੇ ਅਰਥ ਸ਼ਾਸਤਰ ਨੂੰ ਪ੍ਰਾਚੀਨ ਭਾਰਤ ਦੀ ਇੱਕ ਅਦਵਿਤੀय ਰਚਨਾ ਮੰਨਿਆ ਜਾਂਦਾ ਹੈ। ਇਹ ਗ੍ਰੰਥ 15 ਖੰਡਾਂ ਵਿੱਚ ਵੰਡਿਆ ਹੋਇਆ ਹੈ। ਅਰਥ ਸ਼ਾਸਤਰ ਤੋਂ ਸਾਨੂੰ ਮੌਰਯ ਕਾਲ ਦੇ ਸ਼ਾਸਨ ਪ੍ਰਬੰਧ ਅਤੇ ਲੋਕਾਂ ਦੀ ਆਰਥਿਕ ਦਸ਼ਾ ਦੇ ਸੰਬੰਧ ਵਿੱਚ ਬਹੁਤ ਹੀ ਉਪਯੋਗੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਤੀਜਾ ਪੁਆਇੰਟ ਹੈ ਮੁਦਰਾ ਰਾਖਸ਼ ਅਤੇ ਦੇਵੀ ਚੰਦਰਗੁਪਤਮ। ਇਹ ਦੋਵੇਂ ਇਤਿਹਾਸਿਕ ਨਾਟਕ ਸਨ। ਇਹਨਾਂ ਦੇ ਲੇਖਕ ਦਾ ਨਾਮ ਵਿਸ਼ਾਖ ਦੱਤ ਸੀ। ਮੁਦਰਾ ਰਾਖਸ਼ ਵਿੱਚ ਇਹ ਵਰਣਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਚੰਦਰਗੁਪਤ ਮੌਰਯ ਨੇ ਨੰਦ ਵੰਸ਼ ਦਾ ਅੰਤ ਕਰਕੇ ਮੌਰਯ ਵੰਸ਼ ਦੀ ਸਥਾਪਨਾ ਕੀਤੀ ਸੀ। ਦੇਵੀ ਚੰਦਰਗੁਪਤਮ ਨਾਟਕ ਵਿੱਚ ਗੁਪਤ ਵੰਸ਼ ਦੇ ਸ਼ਾਸਕ ਚੰਦਰਗੁਪਤ ਵਿਕਰਮਾਦਿੱਤਿਆ ਦੀ ਮਹਾਨ ਸਫਲਤਾਵਾਂ ਦਾ ਵਰਣਨ ਕੀਤਾ ਗਿਆ ਹੈ। ਅਗਲਾ ਪੁਆਇੰਟ ਹੈ ਸ਼ਕੁੰਤਲਾ, ਵਿਕਰਮੋ ਉਰਵਸ਼ੀ ਅਤੇ ਮਾਲਵਿਕਾਗਨੀ ਮਿੱਤਰਮ। ਇਹ ਤਿੰਨੋਂ ਨਾਟਕ ਗੁਪਤ ਕਾਲ ਦੇ ਮਹਾਨ ਨਾਟਕਕਾਰ ਅਤੇ ਕਵੀ ਕਾਲੀਦਾਸ ਦੁਆਰਾ ਲਿਖੇ ਗਏ ਹਨ। ਇਹ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਤ ਹਨ। ਸ਼ਕੁੰਤਲਾ ਕਾਲੀਦਾਸ ਦਾ ਸਰਵਾਧਿਕ ਪ੍ਰਸਿੱਧ ਨਾਟਕ ਹੈ। ਇਹ ਕੁਐਸਚਨ ਪ੍ਰੀਖਿਆ ਵਿੱਚ ਪੁੱਛਿਆ ਜਾਂਦਾ ਹੈ 2 ਨੰਬਰ ਦਾ। ਸ਼ਕੁੰਤਲਾ ਅਤੇ ਵਿਕਰਮ ਉਰਵਸ਼ੀ ਨਾਟਕਾਂ ਤੋਂ ਸਾਨੂੰ ਗੁਪਤਕਾਲੀਨ ਸਮਾਜਿਕ ਅਤੇ ਸਾਂਸਕ੍ਰਿਤਿਕ ਜੀਵਨ ਦੀ ਝਲਕ ਮਿਲਦੀ ਹੈ। ਮਾਲਵਿਕਾਗਨੀ ਮਿੱਤਰ ਨਾਂ ਦੇ ਨਾਟਕ ਤੋਂ ਸਾਨੂੰ ਸ਼ੁੰਗ ਸ਼ਾਸਕ ਪੁਸ਼ਯਮਿੱਤਰ ਅਤੇ ਉਸ ਦੇ ਲੜਕੇ ਅਗਨੀਮਿੱਤਰ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਗਲਾ ਪੁਆਇੰਟ ਹੈ ਮ੍ਰਿਛਕਟਿਕਮ ਜਾਂ ਮ੍ਰਿਛਕਟਿਕ। ਇਹ ਵੀ ਮੋਸਟ ਇੰਪੋਰਟੈਂਟ ਪੁਆਇੰਟ ਹੈ। 2 ਨੰਬਰ ਦਾ ਕੁਐਸਚਨ ਪੁੱਛਿਆ ਜਾਂਦਾ ਹੈ। ਇਸ ਪ੍ਰਸਿੱਧ ਨਾਟਕ ਦੀ ਰਚਨਾ ਗੁਪਤ ਕਾਲ ਵਿੱਚ ਸ਼ੂਦਰਕ ਦੁਆਰਾ ਕੀਤੀ ਗਈ ਸੀ। ਇਸ ਨਾਟਕ ਤੋਂ ਸਾਨੂੰ ਗੁਪਤਕਾਲੀਨ ਸਮਾਜਿਕ ਸਥਿਤੀ ਦੇ ਸੰਬੰਧ ਵਿੱਚ ਉਪਯੋਗੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਗਲਾ ਪੁਆਇੰਟ ਹੈ ਕਮਾਂਦਕ ਨੀਤੀ ਸ਼ਾਸਤਰ। ਇਸ ਮਹੱਤਵਪੂਰਨ ਗ੍ਰੰਥ ਦੀ ਰਚਨਾ ਗੁਪਤ ਕਾਲ ਵਿੱਚ ਕਮਾਂਦਕ ਨੇ ਕੀਤੀ ਸੀ।
ਇਸ ਵਿੱਚ ਰਾਜਨੀਤੀ ਤੋਂ ਸੰਬੰਧਿਤ ਵਿਸ਼ਾ ਦਾ ਵਰਣਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਗ੍ਰੰਥ ਤੋਂ ਸਾਨੂੰ ਚੰਦਰਗੁਪਤ ਦੂਜੇ ਦੇ ਸ਼ਾਸਨ ਕਾਲ ਦੇ ਸੰਬੰਧ ਵਿੱਚ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਗਲਾ ਪੁਆਇੰਟ ਹੈ ਰਤਨਾਵਲੀ, ਪ੍ਰਿਯਦਰਸ਼ਿਕਾ ਅਤੇ ਨਾਗਾਨੰਦ। ਇਹ ਤਿੰਨੋਂ ਪ੍ਰਸਿੱਧ ਨਾਟਕ ਹਰਸ਼ਵਰਧਨ ਦੁਆਰਾ ਲਿਖੇ ਗਏ ਹਨ। ਇਹਨਾਂ ਦੇ ਅਧਿਐਨ ਤੋਂ ਸਾਨੂੰ 7ਵੀਂ ਸਦੀ ਦੇ ਭਾਰਤੀ ਇਤਿਹਾਸ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਗਲਾ ਪੁਆਇੰਟ ਹੈ ਰਾਜ ਤਰੰਗਣੀ। ਇਹ ਵੀ ਮੋਸਟ ਇੰਪੋਰਟੈਂਟ ਹੈ, 2 ਨੰਬਰ ਦਾ ਕੁਐਸਚਨ ਪੁੱਛਿਆ ਜਾਂਦਾ ਹੈ। ਪ੍ਰਾਚੀਨ ਕਾਲ ਦੇ ਭਾਰਤੀ ਇਤਿਹਾਸ ਤੋਂ ਸੰਬੰਧਿਤ ਸਾਹਿਤਿਕ ਸੋਮਿਆਂ ਵਿੱਚੋਂ ਰਾਜ ਤਰੰਗਿਣੀ ਨੂੰ ਸਭ ਤੋਂ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਇਸ ਦੀ ਰਚਨਾ 12ਵੀਂ ਸਦੀ ਵਿੱਚ ਕਲਹਨ ਨੇ ਕੀਤੀ ਸੀ। ਇਸ ਵਿੱਚ ਸ਼ੁਰੂਆਤ ਤੋਂ ਲੈ ਕੇ 12ਵੀਂ ਸਦੀ ਦੇ ਮੱਧ ਤੱਕ ਦੇ ਕਸ਼ਮੀਰ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ। ਇਸੇ ਤਰ੍ਹਾਂ ਸਾਡਾ ਅਗਲਾ ਪੁਆਇੰਟ ਹੈ ਸੰਗਮ ਸਾਹਿਤ। ਇਹ ਵੀ ਛੋਟਾ ਕੁਐਸਚਨ ਬਹੁਤ ਇੰਪੋਰਟੈਂਟ ਹੈ, ਅਕਸਰ ਪੁੱਛਿਆ ਜਾਂਦਾ ਹੈ। ਸੰਗਮ ਸਾਹਿਤ ਤਮਿਲ ਭਾਸ਼ਾ ਵਿੱਚ ਲਿਖਿਆ ਗਿਆ ਹੈ। ਇਸ ਸਾਹਿਤ ਨੂੰ ਪਾਂਡੇ ਸ਼ਾਸਕਾਂ ਨੇ ਸਰਪ੍ਰਸਤੀ ਦਿੱਤੀ ਸੀ। ਉਹਨਾਂ ਨੇ 500 ਈਸਾ ਪੂਰਵ ਤੋਂ ਲੈ ਕੇ 500 ਈਸਵੀ ਤੱਕ ਦੇ ਸਮੇਂ ਦੇ ਮੱਧ ਵਿੱਚ ਮਦੁਰਈ ਵਿੱਚ 3 ਸੰਗਮ ਬੁਲਾਏ ਸਨ। ਇਹਨਾਂ ਸੰਗਮਾਂ ਦਾ ਅਰਥ ਸਾਹਿਤਿਕ ਸਭਾਵਾਂ ਤੋਂ ਲਿੱਤਾ ਜਾਂਦਾ ਹੈ। ਪਹਿਲੀ ਸਭਾ ਜਾਂ ਸੰਗਮ ਦੇ ਸਮੇਂ ਵਿੱਚ ਲਿਖਿਆ ਗਿਆ ਪੂਰਾ ਸਾਹਿਤ ਹੁਣ ਸਾਨੂੰ ਪ੍ਰਾਪਤ ਨਹੀਂ ਹੈ। ਦੂਜੇ ਸੰਗਮ ਦੇ ਸਮੇਂ ਵੀ ਸਾਨੂੰ ਕੇਵਲ ਇੱਕ ਹੀ ਗ੍ਰੰਥ ਪ੍ਰਾਪਤ ਹੁੰਦਾ ਹੈ। ਇਸ ਦਾ ਨਾਂ ਹੈ ਤੋਲਕਾਪੀਅਮ। ਇਸ ਗ੍ਰੰਥ ਨੂੰ ਤੋਲਕਾਪੀਅਰ ਨੇ ਲਿਖਿਆ ਸੀ। ਇਹ ਤਮਿਲ ਵਿਆਕਰਣ ਦਾ ਪ੍ਰਸਿੱਧ ਗ੍ਰੰਥ ਹੈ। ਤੀਜੇ ਸੰਗਮ ਜਾਂ ਸਭਾ 'ਤੇ ਸਾਨੂੰ ਅਨੇਕ ਗ੍ਰੰਥ ਮਿਲਦੇ ਹਨ। ਸ਼ਿਲਪਾਦੀਕਾਰਮ, ਮਣੀਮੇਖਲੇ ਅਤੇ ਜੀਵਿਕ ਚਿੰਤਾਮਣੀ ਸੰਗਮ ਸਾਹਿਤ ਦੇ 3 ਪ੍ਰਸਿੱਧ ਮਹਾਂਕਾਵਿ ਹਨ। ਇਸ ਸਾਹਿਤ ਤੋਂ ਸਾਨੂੰ ਦੱਖਣ ਭਾਰਤ ਦੀ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਸਥਿਤੀ ਦੇ ਸੰਬੰਧ ਵਿੱਚ ਬਹੁਤ ਉਪਯੋਗੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਅਸੀਂ 2 ਨੰਬਰ ਪੁਆਇੰਟ ਜਿਹੜਾ ਹੈ ਉਹ ਪੂਰਾ ਕਰ ਲਿਆ ਹੈ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ 2 ਨੰਬਰ ਪੁਆਇੰਟ ਦੇ ਵਿੱਚੋਂ 1 ਜਾਂ 2 ਛੋਟੇ ਪ੍ਰਸ਼ਨ ਲਾਜ਼ਮੀ ਪੁੱਛੇ ਜਾਣਗੇ। ਇਸ ਲਈ ਜਿਹੜੇ ਪੁਆਇੰਟ ਤੁਹਾਨੂੰ ਮੈਂ ਸਮਝਾਏ ਹੈ, ਕੇਵਲ ਉਹਨਾਂ ਪੁਆਇੰਟਸ ਨੂੰ ਹੀ ਤੁਸੀਂ ਆਪਣੇ ਨੋਟਸ ਵਿੱਚ ਸ਼ਾਮਿਲ ਕਰਨੇ ਹੈ ਤੇ ਇਹਨਾਂ ਵਿੱਚ ਦਿੱਤੇ ਗਏ ਜਿਹੜੇ ਤੱਥ ਜਾਂ ਇੰਪੋਰਟੈਂਟ ਗ੍ਰੰਥ ਅਤੇ ਲੇਖਕਾਂ ਦੇ ਨਾਮ ਹਨ, ਉਹਨਾਂ ਨੂੰ ਤੁਸੀਂ ਯਾਦ ਕਰਨਾ ਹੈ ਤਾਂ ਕਿ ਪ੍ਰੀਖਿਆ ਵਿੱਚ ਜਿਹੜੇ 2 ਪ੍ਰਸ਼ਨ ਛੋਟੇ ਪੁੱਛੇ ਜਾਣਗੇ ਉਹਨਾਂ ਦਾ ਉੱਤਰ ਦਿੰਦੇ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ। 4 ਕੁੱਲ ਪੁਆਇੰਟ ਸੀ ਇਹਦੇ, 2 ਅਸੀਂ ਕਰ ਚੁੱਕੇ ਹਾਂ। ਬਾਕੀ ਜਿਹੜੇ 2 ਹਨ ਉਹ ਅਸੀਂ ਅਗਲੀ ਕਲਾਸਾਂ ਵਿੱਚ ਕਰਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।